ਹੈਲੋ ਸਟੂਡੈਂਟਸ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਸਾਰਿਆਂ ਦਾ ਆਨਲਾਈਨ ਕਲਾਸਰੂਮ ਦੇ YouTube ਚੈਨਲ ਦੇ ਉੱਤੇ ਸਵਾਗਤ ਕਰਦਾ ਹਾਂ। ਅੱਜ ਦੀ ਇਹ ਵੀਡੀਓ ਸਿੱਖ ਇਤਿਹਾਸ ਦਾ 8ਵਾਂ ਭਾਗ ਹੈ ਤੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ ਜੀ। ਅੱਜ ਦੀ ਇਸ ਵੀਡੀਓ ਦਾ ਪਹਿਲਾ ਕੁਐਸਚਨ ਹੈ ਜੀ ਆਪਣੇ ਕੋਲ, ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਬ੍ਰਿਟਿਸ਼ ਸਰਕਾਰ ਅਤੇ ਲਾਹੌਰ ਦੀ ਸਰਕਾਰ ਵਿੱਚ ਸੰਧੀ ਕਦੋਂ ਹੋਈ? ਤਾਂ ਸਭ ਤੋਂ ਪਹਿਲਾ ਐਂਗਲੋ ਸਿੱਖ ਯੁੱਧ ਜਿਹੜਾ ਹੋਇਆ 1845-46 ਈਸਵੀ ਦੇ ਵਿੱਚ ਹੋਇਆ। ਇਸ ਯੁੱਧ ਤੋਂ ਬਾਅਦ ਬ੍ਰਿਟਿਸ਼ ਸਰਕਾਰ ਅਤੇ ਲਾਹੌਰ ਦੀ ਸਰਕਾਰ ਵਿੱਚ ਜਿਹੜੀ ਸੰਧੀ ਹੋਈ ਹੈ ਉਸ ਦੀ ਡੇਟ ਹੈਗੀ ਹੈ ਜੀ 9 ਮਾਰਚ 1846 ਈਸਵੀ ਨੂੰ। ਇਸ ਦਿਨ ਸੰਧੀ ਹੋਈ ਸੀ ਜਿਸ ਦੇ ਵਿੱਚ ਦੋ ਅੰਗਰੇਜ਼ਾਂ ਸਰ ਹੈਨਰੀ ਲਾਰੈਂਸ ਤੇ ਇੱਕ ਹੋਰ ਅੰਗਰੇਜ਼ ਸੀਗਾ ਫਰੈਡਰਿਕ, ਇਹਨਾਂ ਦੋਨਾਂ ਨੇ ਇਸ ਸੰਧੀ ਦੇ ਉੱਤੇ ਦਸਤਖਤ ਕੀਤੇ ਸੀ ਆਪਣੇ। ਨੈਕਸਟ ਕੁਐਸਚਨ ਹੈ ਜੀ 1846 ਵਿੱਚ ਲਾਹੌਰ ਦਾ ਰਾਜ ਕਿਸ ਦੇ ਅਧੀਨ ਸੀ? ਇਸ ਦਾ ਜਵਾਬ ਆਊਗਾ ਮਹਾਰਾਜਾ ਦਲੀਪ ਸਿੰਘ। ਯਾਦ ਰੱਖਣਾ ਤੁਹਾਡੇ ਲਈ ਸੌਖਾ ਹੋ ਜਾਊਗਾ ਇਸ ਪੁਆਇੰਟ ਤੋਂ, ਕਿਉਂਕਿ ਦਲੀਪ ਸਿੰਘ ਦਾ ਰਾਜ 43 ਤੋਂ ਲੈ ਕੇ 49 ਤੱਕ ਸੀ, 6 ਸਾਲ। ਇਹਨਾਂ ਨੇ ਟਾਈਮ ਪੀਰੀਅਡ ਪੁੱਛਿਆ 1846 ਦੇ ਵਿੱਚ, ਤਾਂ 43 ਤੋਂ 49 ਤੱਕ ਸੀਗਾ। ਤਾਂ 46 ਦੇ ਵਿੱਚ ਵੀ ਲਾਹੌਰ ਦੇ ਉੱਤੇ ਰਾਜ ਸੀਗਾ ਮਹਾਰਾਜਾ ਦਲੀਪ ਸਿੰਘ ਦਾ। ਮਹਾਰਾਜਾ ਦਲੀਪ ਸਿੰਘ ਕੌਣ ਸੀਗਾ ਜੀ? ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਤੇ ਇਹੀ ਸਿੱਖ ਰਾਜ ਦਾ ਆਖਰੀ ਰਾਜਾ ਸੀਗਾ। ਲਾਹੌਰ ਦੀ ਦੂਜੀ ਸੰਧੀ ਕਦੋਂ ਹੋਈ? ਪਹਿਲੀ ਸੰਧੀ ਆਪਾਂ ਨੇ ਪੜ੍ਹੀ ਸੀ ਸਭ ਤੋਂ ਪਹਿਲੇ ਕੁਐਸਚਨ 'ਚ 9 ਮਾਰਚ 1846 ਨੂੰ। ਦੂਸਰੀ ਸੰਧੀ ਹੋਈ ਹੈ 11 ਮਾਰਚ 1846 ਨੂੰ। ਟੋਟਲ 3 ਸੰਧੀਆਂ ਹੋਈਆਂ ਨੇ ਜੀ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ। ਪਹਿਲੀ ਹੋਈ ਹੈ ਸੰਧੀ 9 ਮਾਰਚ ਨੂੰ, 9 ਮਾਰਚ ਨੂੰ ਹੋਈ ਹੈ ਜੀ ਪਹਿਲੀ ਸੰਧੀ। ਦੂਜੀ ਸੰਧੀ ਕਦੋਂ ਹੋਈ ਹੈ? 11 ਮਾਰਚ ਨੂੰ, ਉਸੇ ਸਾਲ ਦੇ ਵਿੱਚ, ਸਿਰਫ 2 ਦਿਨ ਦੇ ਫਰਕ ਦੇ ਨਾਲ। ਸਾਲ ਉਹੀ 1846, ਦੂਜੀ ਸੰਧੀ 2 ਦਿਨ ਬਾਅਦ ਹੋਈ ਹੈ। ਨੈਕਸਟ ਕੁਐਸਚਨ ਹੈ, ਬ੍ਰਿਟਿਸ਼ ਸਰਕਾਰ ਵੱਲੋਂ ਭੈਰੋਵਾਲ ਦੀ ਸੰਧੀ ਤੋਂ ਬਾਅਦ ਪੰਜਾਬ ਦੇ ਵਸਨੀਕ ਵਜੋਂ ਪਹਿਲਾ ਬ੍ਰਿਟਿਸ਼ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ? ਹਾਂਜੀ, ਭੈਰੋਵਾਲ ਦੀ ਸੰਧੀ ਦੀ ਗੱਲ ਹੋ ਰਹੀ ਹੈ, ਤਾਂ ਇਹ ਤੀਸਰੀ ਸੰਧੀ ਹੈ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ, ਜਿਹਦੇ ਵਿੱਚ ਕਿਹੜਾ ਬ੍ਰਿਟਿਸ਼ ਸੀਗਾ ਜਿਹਨੂੰ ਨਿਯੁਕਤ ਕੀਤਾ ਗਿਆ ਸੀਗਾ ਪੰਜਾਬ ਦੇ ਵਿੱਚ, ਜੋ ਸੀਗਾ ਹੈਨਰੀ ਲਾਰੈਂਸ। ਤੇ ਭੈਰੋਵਾਲ ਦੀ ਜਿਹੜੀ ਸੰਧੀ ਦੀ ਇਹਨਾਂ ਨੇ ਕੁਐਸਚਨ 'ਚ ਗੱਲ ਕੀਤੀ ਹੈ, ਭੈਰੋਵਾਲ ਦੀ ਸੰਧੀ ਹੋਈ ਕਦੋਂ ਹੈ ਜੀ? 26 ਦਸੰਬਰ 1846। ਤਿੰਨੋਂ ਸੰਧੀਆਂ 1846 ਦੇ ਵਿੱਚ ਹੋਈਆਂ ਨੇ। ਬਹੁਤ ਹੀ ਇੰਪੋਰਟੈਂਟ ਸੰਧੀਆਂ ਨੇ, ਇਸ ਲਈ ਇਹਨਾਂ ਨੂੰ ਤੁਸੀਂ ਯਾਦ ਕਰਨਾ ਹੈ। ਤੇ ਹੈਨਰੀ ਲਾਰੈਂਸ ਨੂੰ ਨਿਯੁਕਤ ਕੀਤਾ ਸੀ। ਦੂਸਰਾ ਐਂਗਲੋ ਸਿੱਖ ਯੁੱਧ ਕਦੋਂ ਹੋਇਆ? 1848 ਤੋਂ 1849। ਪਹਿਲਾ ਐਂਗਲੋ ਸਿੱਖ ਯੁੱਧ ਹੋਇਆ ਜੀ 1845-46 ਦੇ ਵਿੱਚ। 1845-46 ਦੇ ਵਿੱਚ ਹੋਇਆ ਜੀ ਪਹਿਲਾ। ਦੂਜਾ ਕਦੋਂ ਹੋਇਆ? 1848-49, 1848-49 ਦੇ ਵਿੱਚ ਦੂਜਾ ਐਂਗਲੋ ਸਿੱਖ ਯੁੱਧ ਹੋਇਆਗਾ। ਨੈਕਸਟ ਕੁਐਸਚਨ ਹੈ, ਦੂਸਰੇ ਐਂਗਲੋ ਸਿੱਖ ਯੁੱਧ ਸਮੇਂ ਬ੍ਰਿਟਿਸ਼ ਸਰਕਾਰ ਦਾ ਗਵਰਨਰ ਜਨਰਲ ਕੌਣ ਸੀਗਾ? ਗਵਰਨਰ ਜਨਰਲ ਸੀਗਾ ਜੀ ਲਾਰਡ ਡਲਹੌਜੀ। ਦੂਸਰੇ ਐਂਗਲੋ ਸਿੱਖ ਯੁੱਧ ਸਮੇਂ ਬ੍ਰਿਟਿਸ਼ ਫੌਜ ਦੀ ਲੀਡਰਸ਼ਿਪ ਕਿਸ ਨੇ ਕੀਤੀ ਸੀ? ਗਵਰਨਰ ਜਨਰਲ ਤਾਂ ਲਾਰਡ ਡਲਹੌਜੀ ਸੀਗਾ, ਜਿਹੜਾ ਉਸ ਸਮੇਂ ਲੀਡ ਕਰ ਰਿਹਾ ਸੀ ਬ੍ਰਿਟਿਸ਼ ਫੌਜਾਂ ਨੂੰ। ਉਹਦਾ ਜਵਾਬ ਆਊਗਾ ਜੀ ਸਰ ਗੱਫ। ਇਹਨੂੰ ਸਰ ਲਾਰਡ ਗੱਫ ਵੀ ਕਹਿ ਦਿੰਦੇ ਨੇ। ਨੈਕਸਟ ਕੁਐਸਚਨ, ਦੂਸਰੇ ਐਂਗਲੋ ਸਿੱਖ ਯੁੱਧ ਦੌਰਾਨ ਸਭ ਤੋਂ ਪਹਿਲੀ ਲੜਾਈ ਕਿਹੜੀ ਹੋਈ ਸੀ? ਹਾਂਜੀ, ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ ਟੋਟਲ ਯਾਦ ਰੱਖ ਲਿਓ ਤੁਸੀਂ ਸਾਰੇ ਜਣੇ, 4 ਲੜਾਈਆਂ ਹੋਈਆਂ ਸੀਗੀਆਂ ਦੂਸਰੇ ਐਂਗਲੋ ਸਿੱਖ ਯੁੱਧ ਦੇ ਵਿੱਚ। ਜਿਹੜੀ ਪਹਿਲੀ ਲੜਾਈ ਹੋਈ ਸੀ ਉਹ ਸੀਗੀ ਰਾਮਨਗਰ ਦੀ ਲੜਾਈ। ਰਾਮਨਗਰ ਦੀ ਲੜਾਈ ਪਹਿਲੀ ਹੋਈ ਹੈ। ਟੋਟਲ 4 ਲੜਾਈਆਂ ਹੋਈਆਂ ਨੇ, ਸਾਰੀਆਂ ਇੰਪੋਰਟੈਂਟ ਨੇ। ਮੈਂ ਇਸ ਵੀਡੀਓ ਦੇ ਵਿੱਚ ਸਾਰੀਆਂ ਲੜਾਈਆਂ ਨੂੰ ਤੁਸੀਂ ਸਾਰੇ ਜਣੇ ਸੌਖੇ ਤਰੀਕੇ ਨਾਲ ਕਿਵੇਂ ਯਾਦ ਰੱਖ ਸਕਦੇ ਹੋ ਉਹਦੀ ਇੱਕ ਟ੍ਰਿਕ ਦੱਸੂਗਾ ਮੈਂ, ਬਹੁਤ ਹੀ ਵਧੀਆ। ਠੀਕ ਹੈ ਜੀ, ਇਸ ਕਰਕੇ ਇਸ ਵੀਡੀਓ ਨੂੰ ਤੁਸੀਂ ਬਿਲਕੁਲ ਐਂਡ ਤੱਕ ਦੇਖਣਾ ਹੈ। ਰਾਮਨਗਰ ਦੀ ਲੜਾਈ ਕਦੋਂ ਲੜੀ ਗਈ ਸੀ?
ਜਿਹੜੀ ਪਹਿਲੀ ਲੜਾਈ ਹੋਈ ਹੈ ਰਾਮਨਗਰ ਦੀ, ਉਹ ਇਹਨਾਂ ਨੇ ਇੱਥੇ ਪੁੱਛਿਆ ਕੁਐਸਚਨ ਵੀ ਇਹ ਕਦੋਂ ਲੜੀ ਗਈ ਹੈ। 22 ਨਵੰਬਰ 1848 ਈਸਵੀ ਨੂੰ ਲੜੀ ਗਈ ਹੈ ਰਾਮਨਗਰ ਦੀ ਲੜਾਈ। ਰਾਮਨਗਰ ਦੀ ਲੜਾਈ ਦੌਰਾਨ ਸਿੱਖ ਫੌਜ ਦੀ ਕਮਾਂਡ ਕਿਸ ਵੱਲੋਂ ਸੰਭਾਲੀ ਗਈ ਸੀ? ਹਾਂਜੀ, ਇਹ ਵੀ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਜੀ। ਰਾਮਨਗਰ ਦੀ ਲੜਾਈ ਦੌਰਾਨ ਸ਼ੇਰ ਸਿੰਘ ਅਟਾਰੀ ਵਾਲਾ ਨੇ ਸਿੱਖ ਫੌਜ ਦੀ ਕਮਾਂਡ ਸੰਭਾਲੀ ਸੀ। ਚਿੱਲਿਆਂਵਾਲਾ ਦੀ ਲੜਾਈ ਕਦੋਂ ਲੜੀ ਗਈ ਸੀ? ਇਹ ਲੜਾਈ ਜੀ ਦੂਸਰੇ ਐਂਗਲੋ ਸਿੱਖ ਯੁੱਧ ਦੀ ਦੂਜੀ ਲੜਾਈ ਹੈ, ਜੋ ਕਿ ਤਕਰੀਬਨ 2 ਮਹੀਨਿਆਂ ਦੇ ਫਰਕ ਦੇ ਨਾਲ ਉਹ ਲੜੀ ਗਈ ਸੀ 22 ਨਵੰਬਰ 1848 ਨੂੰ। ਇਹ 2 ਮਹੀਨੇ ਦੇ ਲਗਭਗ ਦਾ ਟਾਈਮ 13 ਜਨਵਰੀ 1849 ਨੂੰ ਦੂਜੀ ਲੜਾਈ ਹੈ, ਚਿੱਲਿਆਂਵਾਲਾ ਦੀ ਲੜਾਈ ਹੈ, ਠੀਕ ਹੈ ਜੀ। ਤੇ ਇਹ ਲੜੀ ਗਈ ਸੀਗੀ। ਸ਼ੇਰ ਸਿੰਘ ਅਟਾਰੀ ਵਾਲਾ ਨੇ ਕਿਹੜੀ ਲੜਾਈ ਵਿੱਚ ਸਿੱਖ ਫੌਜਾਂ ਦੀ ਲੀਡਰਸ਼ਿਪ ਨਿਭਾਈ ਸੀ? ਸ਼ੇਰ ਸਿੰਘ ਅਟਾਰੀ ਵਾਲਾ ਨੇ ਜੀ 2 ਲੜਾਈਆਂ 'ਚ ਨਿਭਾਈ ਹੈ ਸਿੱਖ ਫੌਜਾਂ ਦੀ ਲੀਡਰਸ਼ਿਪ। ਪਹਿਲਾ ਰਾਮਨਗਰ ਦੀ ਲੜਾਈ, ਦੂਜਾ ਚਿੱਲਿਆਂਵਾਲਾ ਦੀ ਲੜਾਈ। ਇਸ ਕਰਕੇ ਇਹਦਾ ਜਿਹੜਾ ਰਾਈਟ ਆਨਸਰ ਆਊਗਾ ਉਹ ਡੀ ਆਪਸ਼ਨ ਹੈ, A ਐਂਡ B ਬੋਥ। ਦੋਨਾਂ ਦੇ ਵੇਲੇ ਇਹਨੇ ਲੀਡਰਸ਼ਿਪ ਕੀਤੀ ਸੀ ਸਿੱਖ ਫੌਜ ਦੀ। ਇੱਥੇ ਮੈਂ ਤੁਹਾਨੂੰ ਹੋਰ ਦੱਸਦਾ, ਜਿਹੜੇ ਰਾਮਨਗਰ ਦੀ ਪਹਿਲੀ ਲੜਾਈ ਹੈ ਅਜੋਕੇ ਸਮੇਂ ਦੇ ਵਿੱਚ ਜਿਹੜਾ ਇਹ ਸਥਾਨ ਹੈ ਪ੍ਰੈਜ਼ੈਂਟ ਦੇ ਵਿੱਚ ਗੁਜਰਾਂਵਾਲਾ ਦੇ ਹੈ। ਗੁਜਰਾਂਵਾਲਾ ਜ਼ਿਲ੍ਹਾ ਹੈਗਾ ਪਾਕਿਸਤਾਨ ਦੇ ਵਿੱਚ ਹੈ ਗੁਜਰਾਂਵਾਲਾ, ਉੱਥੇ ਇਹ ਲੜਾਈ ਹੋਈ ਹੈ ਰਾਮਨਗਰ ਦੀ। ਦੂਸਰੇ ਸਿੱਖ ਐਂਗਲੋ ਯੁੱਧ ਵਿੱਚ ਹੋਈਆਂ ਲੜਾਈਆਂ ਵਿੱਚੋਂ ਕਿਸ ਲੜਾਈ ਵਿੱਚ ਸਿੱਖ ਫੌਜਾਂ ਦੀ ਜਿੱਤ ਹੋਈ ਸੀ? ਹਾਂਜੀ, ਤਾਂ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਵੀ ਤੁਹਾਡਾ, ਵੀ ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਤਾਂ 2 ਲੜਾਈਆਂ ਸੀਗੀਆਂ, ਰਾਮਨਗਰ ਵਾਲੀ ਤੇ ਚਿੱਲਿਆਂਵਾਲਾ ਦੀ। ਇਹ ਪਹਿਲੀਆਂ ਦੋਨੋਂ ਲੜਾਈਆਂ ਵਿੱਚ ਸਿੱਖ ਫੌਜਾਂ ਜਿੱਤੀਆਂ। ਜਵਾਬ ਇਹਦਾ ਹੈਗਾ A ਐਂਡ C ਬੋਥ। ਜਿਹੜੀ ਹੈ ਆਪਣਾ B ਆਪਸ਼ਨ ਮੁਲਤਾਨ ਦੀ ਲੜਾਈ, ਇਹ ਤੀਜੀ ਲੜਾਈ ਹੈ ਐਂਗਲੋ ਸਿੱਖ ਯੁੱਧ ਦੂਜੇ ਦੀ ਤੀਜੀ ਲੜਾਈ ਹੈ ਮੁਲਤਾਨ ਦੀ ਲੜਾਈ, 3rd ਨੰਬਰ। ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਮੁਲਤਾਨ ਦੀ ਲੜਾਈ ਕਦੋਂ ਹੋਈ ਹੈ? ਮੁਲਤਾਨ ਦੀ ਲੜਾਈ ਹੋਈ ਹੈ 22 ਜਨਵਰੀ 1849 ਨੂੰ। 22 ਜਨਵਰੀ 1849 ਨੂੰ ਹੋਈ ਹੈ। ਮੁਲਤਾਨ ਦੀ ਲੜਾਈ ਵਿੱਚ ਸਿੱਖ ਫੌਜਾਂ ਦੀ ਲੀਡਰਸ਼ਿਪ ਕਿਸ ਕੋਲ ਸੀ? ਤਾਂ ਤੁਸੀਂ ਇਹਨੂੰ ਯਾਦ ਰੱਖਣ ਦੀ ਕਿਵੇਂ ਟ੍ਰਿਕ ਦੇਖੋਗੇ? ਲੀਡਰਸ਼ਿਪ ਹੈਗੀ ਹੈ ਮੁੱਲ ਰਾਜ ਦੇ ਅਧੀਨ, ਲੜਾਈ ਕਿਹੜੀ ਹੈਗੀ ਹੈ? ਮੁਲਤਾਨ, ਠੀਕ ਹੈ ਜੀ। ਮੂਲ ਰਾਜ ਮੁਲਤਾਨ ਦੀ ਲੜਾਈ ਦਾ ਵਿੱਚ ਸਿੱਖ ਫੌਜਾਂ ਦਾ ਲੀਡਰਸ਼ਿਪ ਰਿਹਾ। ਗੁਜਰਾਤ ਦੀ ਲੜਾਈ ਕਦੋਂ ਲੜੀ ਗਈ ਸੀ? ਚੌਥੀ ਲੜਾਈ, ਆਖਰੀ ਲੜਾਈ ਹੈ ਦੂਸਰੇ ਐਂਗਲੋ ਸਿੱਖ ਯੁੱਧ ਦੀ, ਜਿਹੜੀ ਕਿ 21 ਫਰਵਰੀ 1849 ਨੂੰ ਲੜੀ ਗਈ ਹੈ। ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਹੈ। ਗੁਜਰਾਤ ਦੀ ਲੜਾਈ ਅੱਜ ਤੱਕ ਦੇ ਇਤਿਹਾਸ ਦੀ ਸਾਰਿਆਂ ਨਾਲੋਂ ਅਨੋਖੀ ਲੜਾਈ ਸੀ। ਕਿਉਂ? ਕਿਉਂਕਿ ਬਰਤਾਨਵੀ ਫੌਜ ਨੇ ਅੱਜ ਤੋਂ ਪਹਿਲਾਂ ਕਦੇ ਵੀ ਇੱਕ ਜਗ੍ਹਾ ਦੇ ਉੱਤੇ ਇੰਨੇ ਸੈਨਿਕ ਇਕੱਠੇ ਨਹੀਂ ਸੀ ਕੀਤੇ। ਉਸ ਸਮੇਂ 8 ਇੰਚੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, 8 ਇੰਚੀ ਹਾਥੀਆਂ ਨਾਲ ਖਿੱਚੀਆਂ ਜਾਣ ਵਾਲੀਆਂ ਤੋਪਾਂ ਸੀਗੀਆਂ, ਬਹੁਤ ਸਾਰੇ ਘੋੜਸਵਾਰ ਵਾਲੇ ਸੈਨਿਕ ਸੀਗੇ। ਤਾਂ ਇਸ ਕਰਕੇ ਗੁਜਰਾਤ ਦੀ ਲੜਾਈ ਨੂੰ ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ। ਇੰਨੀਆਂ ਤੋਪਾਂ ਸੀ ਇਸ ਲੜਾਈ ਦੇ ਵਿੱਚ, ਤੋਪਾਂ ਦੀ ਲੜਾਈ ਵੀ ਕਿਹਾ ਜਾਂਦਾ ਗੁਜਰਾਤ ਦੀ ਲੜਾਈ ਨੂੰ ਹੀ। ਇਹਨੂੰ ਤੁਸੀਂ ਯਾਦ ਰੱਖਣਾ ਜੀ। ਦੂਸਰੇ ਐਂਗਲੋ ਸਿੱਖ ਯੁੱਧ ਵਿੱਚ ਹੋਈਆਂ ਲੜਾਈਆਂ ਵਿੱਚੋਂ ਕਿਸ ਲੜਾਈ ਵਿੱਚ ਅਫਗਾਨ ਸ਼ਾਸਕ ਦੋਸਤ ਮੁਹੰਮਦ ਵੱਲੋਂ ਸਿੱਖਾਂ ਦਾ ਸਾਥ ਦਿੱਤਾ ਗਿਆ ਸੀ? ਦੋਸਤ ਮੁਹੰਮਦ ਨੇ ਸਿੱਖਾਂ ਦਾ ਸਾਥ ਦਿੱਤਾ ਸੀ ਆਖਰੀ ਲੜਾਈ ਦੇ ਵਿੱਚ, ਗੁਜਰਾਤ ਦੀ ਲੜਾਈ ਦੇ ਵਿੱਚ। ਗੁਜਰਾਤ ਦੀ ਲੜਾਈ ਵਿੱਚ ਸਿੱਖ ਫੌਜਾਂ ਦੀ ਲੀਡਰਸ਼ਿਪ ਵਿੱਚ ਸ਼ੇਰ ਸਿੰਘ ਦੇ ਨਾਲ ਹੋਰ ਕੌਣ ਸੀਗਾ? ਇੱਕ ਤਾਂ ਲੀਡ ਕਰ ਰਿਹਾ ਸੀ ਉਹਨਾਂ ਨੂੰ ਸ਼ੇਰ ਸਿੰਘ, ਦੂਸਰਾ ਨਾਲ ਕੌਣ ਸੀਗਾ ਜੀ? C ਆਪਸ਼ਨ ਚਤਰ ਸਿੰਘ ਸੀਗਾ, ਜੋ ਕਿ ਸਾਥ ਦੇ ਰਿਹਾ ਸੀਗਾ। ਨੈਕਸਟ ਕੁਐਸਚਨ ਹੈ ਅੱਜ ਦੀ ਵੀਡੀਓ ਦਾ, ਦੂਸਰੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਪੰਜਾਬ ਨੂੰ ਕਦੋਂ ਆਪਣੇ ਅਧੀਨ ਲੈ ਲਿਆ? ਇਹਦੀ ਡੇਟ ਹੈਗੀ ਹੈ ਜੀ 29 ਮਾਰਚ ਨੂੰ। 29 ਮਾਰਚ 1849 ਨੂੰ ਡਲਹੌਜੀ, ਜਿਹੜਾ ਕਿ ਲਾਰਡ ਡਲਹੌਜੀ ਸੀ ਗਵਰਨਰ ਜਨਰਲ, ਉਹਨੇ ਇਹ ਐਲਾਨ ਕਰ ਦਿੱਤਾ ਸੀ ਪੰਜਾਬ ਨੂੰ ਆਪਣੇ ਸਾਮਰਾਜ ਵਿੱਚ ਮਿਲਾਉਣ ਦਾ।
ਦੂਸਰੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਕਿਸ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ? ਕਾਲੇ ਪਾਣੀ ਦੀ ਸਜ਼ਾ ਹੋਈ ਸੀ ਮੁੱਲ ਰਾਜ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ ਹੈ। ਦੂਸਰਾ ਐਂਗਲੋ ਸਿੱਖ ਯੁੱਧ ਸਿੱਖ ਫੌਜਾਂ ਅਤੇ ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦੇ ਵਿਚਕਾਰ ਲੜਿਆ ਗਿਆ ਸੀ। ਇਸ ਲੜਾਈ ਦੀਆਂ ਵੀ ਸਾਰੀਆਂ ਮੈਂ ਤੁਹਾਨੂੰ ਟ੍ਰਿਕ ਦੇ ਨਾਲ ਯਾਦ ਕਰਾਨਾ ਵੀ ਜਿਹੜੀਆਂ ਲੜਾਈਆਂ ਨੇ। ਕੁਐਸਚਨ ਕਈ ਵਾਰ ਆ ਜਾਂਦਾ ਵੀ ਪਹਿਲੀ ਲੜਾਈ ਕਿਹੜੀ ਸੀ, ਕਦੋਂ ਲੜੀ ਗਈ, ਦੂਜੀ ਲੜਾਈ ਕਿਹੜੀ ਸੀ, ਤਾਂ ਇਹਨਾਂ ਨੂੰ ਯਾਦ ਰੱਖੋਗੇ ਤੁਸੀਂ ਇੱਦਾਂ। ਆ ਦੇਖੋ ਸਾਰਾ ਲਿਖਿਆ ਹੋਇਆ। 2 ਲੜਾਈਆਂ ਦੇ ਵਿੱਚ ਸਿੱਖ ਫੌਜਾਂ ਨੂੰ ਜਿੱਤ ਮਿਲੀ ਹੈ, 2 ਲੜਾਈਆਂ ਦੇ ਵਿੱਚ ਬ੍ਰਿਟਿਸ਼ ਸਰਕਾਰ ਨੂੰ ਜਿੱਤ ਮਿਲੀ ਹੈ। ਤਾਂ ਸਿੱਖ ਫੋਰਸ ਕਿਹਨਾਂ ਦੁਆਰਾ ਲੀਡਰਸ਼ਿਪ ਰਹੇ ਉਹਨਾਂ ਦੇ ਬਾਰੇ ਵੀ ਦਿੱਤਾ ਹੋਇਆ। ਕਿੱਥੇ ਕਿੱਥੇ ਹੋਈ ਹੈ? ਰਾਮਨਗਰ ਮੈਂ ਤੁਹਾਨੂੰ ਦੱਸਿਆ ਵੀ ਗੁਜਰਾਂਵਾਲਾ ਦੇ ਸਥਾਨ 'ਤੇ ਹੈ। ਚਿੱਲਿਆਂਵਾਲਾ ਦੀ ਲੜਾਈ ਚਿੱਲਿਆਂਵਾਲਾ ਦੇ ਸਥਾਨ ਦੇ ਉੱਤੇ ਹੈ। ਬੈਟਲ ਆਫ ਮੁਲਤਾਨ 'ਚ ਅਤੇ ਗੁਜਰਾਤ ਦੇ ਵਿੱਚ। ਆਹ ਸਾਰੀਆਂ ਤੁਹਾਨੂੰ ਦਿੱਤੀਆਂ ਹੋਈਆਂ ਨੇ ਜੀ ਡੇਟਸ, ਕਿਹੜੇ ਦਿਨ ਨੂੰ ਇਹ ਲੜਾਈਆਂ ਹੋਈਆਂ। ਹੁਣ ਪਹਿਲੀ ਲੜਾਈ ਕਿਹੜੀ ਹੈ, ਦੂਜੀ ਕਿਹੜੀ ਹੈ, ਜੇ ਤੁਹਾਨੂੰ ਇਹ ਯਾਦ ਕਰਨ ਦੇ ਵਿੱਚ ਔਖ ਆਉਂਦੀ ਹੈ ਤਾਂ ਜਿਹੜਾ ਇਹਨਾਂ ਦਾ ਨਾਮ ਦਾ ਪਹਿਲਾ ਅੱਖਰ ਹੈ ਨਾ RCM, ਪਹਿਲੀਆਂ 3 ਦਾ ਤੁਸੀਂ ਇੱਦਾਂ ਲਿਖ ਸਕਦੇ ਹੋ। R ਤੋਂ ਰਾਮ ਚਰਿਤ੍ਰ ਮਾਨਸ ਇੱਕ ਗ੍ਰੰਥ ਲਿਖਿਆ ਹੋਇਆ ਜੀ ਤੁਲਸੀਦਾਸ ਨੇ। ਰਾਮ ਚਰਿਤ੍ਰ ਮਾਨਸ ਇੱਕ ਗ੍ਰੰਥ ਹੈਗਾ। ਤਾਂ ਮੈਂ R ਤੋਂ ਰਾਮ, C ਤੋਂ ਚਰਿਤ੍ਰ, M ਤੋਂ ਮਾਨਸ ਜਿਹੜਾ ਤੁਲਸੀਦਾਸ ਨੇ ਲਿਖਿਆ ਹੈਗਾ, ਇੱਕ ਹਿੰਦੂਇਜ਼ਮ ਦੇ ਵਿੱਚ ਗ੍ਰੰਥ ਹੈ, ਉਸ ਦੇ ਬਾਰੇ ਮੈਂ ਤੁਹਾਨੂੰ ਦੱਸਤਾ। ਠੀਕ ਹੈ ਜੀ, ਇੱਦਾਂ ਤੁਸੀਂ ਯਾਦ ਰੱਖ ਲਓਗੇ ਇਹਨੂੰ ਰਾਮ ਚਰਿਤ੍ਰ ਮਾਨਸ ਤੋਂ ਵੀ ਪਹਿਲੀ ਲੜਾਈ ਰਾਮਨਗਰ ਦੀ ਹੈ, ਦੂਜੀ ਚੱਚੇ ਤੋਂ ਚਿੱਲਿਆਂਵਾਲਾ ਮੁਲਤਾਨ ਦੀ ਹੈ, ਆਖਰੀ ਲੜਾਈ ਨੂੰ ਤੁਸੀਂ ਯਾਦ ਰੱਖ ਲੈਣਾ ਜਿਹਨੂੰ ਮੈਂ ਤੋਪਾਂ ਦੀ ਲੜਾਈ ਵੀ ਦੱਸਿਆ। ਗੁਜਰਾਤ ਦੀ ਲੜਾਈ ਤੋਪਾਂ ਦੀ ਲੜਾਈ ਹੋਈ ਹੈ। ਠੀਕ ਹੈ ਜੀ, ਅਤੇ ਮੈਪ ਦੇ ਵਿੱਚ ਮੈਂ ਤੁਹਾਨੂੰ ਦਿਖਾਉਂਦਾ ਕਿ ਇਹ ਲੜਾਈਆਂ ਦੇ ਸਥਾਨ ਕਿੱਥੇ ਰਹੇ ਨੇ। ਜਿਵੇਂ ਕਿ ਇੱਥੇ ਦਿੱਤਾ ਗਿਆ ਇਹਨਾਂ ਵੱਲੋਂ ਸਾਲ ਵੀ ਨਾਲ ਦਿੱਤੇ ਹੋਏ ਨੇ, ਜਿਵੇਂ ਰਾਮਨਗਰ, ਚਿੱਲਿਆਂਵਾਲਾ, ਮੁਲਤਾਨ ਅਤੇ ਗੁਜਰਾਤ ਹੈ ਨਾ। ਤਾਂ ਇਹ ਸਥਾਨ ਨੇ, ਆ ਦੇਖੋ ਜੀ ਰਾਮਨਗਰ ਆ ਸੀਗਾ ਰਾਮਨਗਰ ਦੀ ਲੜਾਈ, ਜਿਹੜਾ ਕਿ ਰਾਵੀ ਦੇ ਦਰਿਆ ਦੇ ਨੇੜੇ ਹੈ ਰਾਮਨਗਰ। ਚਿੱਲਿਆਂਵਾਲਾ ਜਿਹੜਾ ਹੈਗਾ ਸਭ ਤੋਂ ਉੱਪਰ ਇਸ ਮੈਪ ਦੇ ਵਿੱਚ। ਇਹ ਆ ਗਿਆ ਜੀ ਚਿੱਲਿਆਂਵਾਲਾ, ਇਹ ਆ ਗਿਆ ਜੀ ਰਾਮਨਗਰ ਆ ਗਿਆ, ਚਿੱਲਿਆਂਵਾਲਾ ਆ ਗਿਆ। ਫਿਰ ਹੈਗੀ ਹੈ ਮੁਲਤਾਨ ਦੀ ਲੜਾਈ ਸਤਲੁਜ ਦੇ ਨੇੜੇ, ਅਤੇ ਲਾਸਟ ਲੜਾਈ ਜਿਹੜੀ ਸੀਗੀ ਹੈ ਉਹ ਗੁਜਰਾਤ ਦੀ ਹੈ, ਉਹ ਵੀ ਮੈਂ ਤੁਹਾਨੂੰ ਦੱਸਿਆ ਹੋਇਆ। ਗੁਜਰਾਤ ਦੀ ਲੜਾਈ ਹੈ ਉਹ ਲਾਸਟ ਲੜਾਈ ਹੈ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ। ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣ ਦੇ ਲਈ, ਕੋਈ ਕੁਐਰੀ, ਕੋਈ ਕੁਐਸਚਨ ਪੁੱਛਣ ਦੇ ਲਈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰੋ। ਸਾਡੀ ਇਸ ਵੀਡੀਓ ਦੇ ਫੇਸਬੁੱਕ ਦੇ ਪੇਜ ਦੇ ਉੱਤੇ ਵੀ ਇਸ ਵੀਡੀਓ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰੋ, ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਦਾ ਬਟਨ ਦਬਾ ਕੇ ਕਲਿੱਕ ਕਰੋ ਤਾਂ ਜੋ ਤੁਹਾਨੂੰ ਨੈਕਸਟ ਵੀਡੀਓ ਜਿਹੜੀਆਂ ਅਪਲੋਡ ਮੈਂ ਕਰ ਦੂੰਗਾ ਉਹ ਤੁਹਾਨੂੰ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਜੀ। ਧੰਨਵਾਦ।